साढ़े को विशेष तौर पे ज्ञानी जगदेव सिंह जी हैड ग्रंथी गुरुद्वारा सिकंदराबाद वाले पुजे हुए हैं। गुरमत विचार 45 मिनटा लिए आप जरा साझे करेंगे। भाई साहब भाई जगदेव सिंह जी गुरमत विचार 45 मिनट लिए आप साझ करेंगे। वाहिगुरू जी का खालसा वाहिगुरू जी की फतेह। वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। नासिरो मंसूर गुरु गोबिंद सिंह इज़दी मंजूर गुरु गोबिंद सिंह। हकरा गंजूर गुरु गोबिंद सिंह। जुमला फैज़ नूर गुरु गोबिंद सिंह। आप नारायण कला धार जग में परवरियो। निरंकार आकार जोत जग मंडल करियो। समुची मानवता दे रहबर शब्दा अवतार सतगुरु तन तन गुरु ग्रंथ साहिब महाराज जी हजूरी अंदर सोबाईमान होई बैठे गुरु सवारी सत संगी जनों वडभागी हो। सतगुरां दी अपार बख्शिश रहमत सदका कलगीधर स्वामी सतगुरु गुरु गोबिंद सिंह पातशाह जी दे आगमन पुरब दीयां खुशियां नूं मुख रखदे होए इन्हां विशेष दीवानां अंदर जुड़ बैठ गुरु के प्यार वाले कीर्तनीय भाई से भाई निर्मल सिंह जी तिन्हां दे जथे पासों अलाही बाणी दा कीर्तन सरवण कीता है। सह बख्शिश रहमत करन साडी सबना दी हाजरी दर प्रवान होवे। जांदे जांदे भाई साहब अखीर ते भगत कबीर साहब जी दे शब्द राही
ਇੱਕ ਹਲੂਣਾ ਦੇ ਗਏ ਹਨ। ਭਾਵੇਂ ਉਹਨਾਂ ਬਚਨ ਸਾਂਝਾ ਟੇਕ ਇਹ ਬਣਾਈ, ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਪਰ ਇਸ ਸ਼ਬਦ ਵੱਲ ਜਦੋਂ ਧਿਆਨ ਮਾਰਦੇ ਹਾਂ, ਸਤਿਗੁਰੂ ਜੀ ਨੇ ਅਰਹਾਉ ਤੇ ਜਿਹੜੀਆਂ ਪੰਕਤੀਆਂ ਕੇਂਦਰਿਤ ਕੀਤੀਆਂ ਨੇ, ਉਹਨਾਂ ਦੀ ਆਰੰਭਤਾ ਹੁੰਦੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾਹੇ, ਕਿ ਇਹ ਇਨਸਾਨ ਜੇ ਧਾਰਮਿਕ ਅਸਥਾਨਾਂ ਤੇ ਉਪਦੇਸ਼ ਲੈਣ ਵਾਸਤੇ ਜਾਂਦਾ ਹੈ ਤੇ ਇਸ ਗੱਲ ਨੂੰ ਯਾਦ ਰੱਖੀ ਕਿ ਸਤਿਗੁਰੂ ਦਾ ਘਰ ਵਾਰ-ਵਾਰ ਤੈਨੂੰ ਮੌਤ ਚੇਤੇ ਕਰਾਂਦਾ ਹੈ ਕਿ ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨ ਜਾਣਾ। ਨਾਨਕ ਬਿਨ ਮੈਂ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਜਿਸਨੇ ਇਹ ਸਭ ਕੁਝ ਦਿੱਤਾ ਹੋਇਆ ਉਸ ਨੂੰ ਚੇਤੇ ਕਰ ਲੈ। ਪਤਾ ਨਹੀਂ ਜਗਤ ਦੇ ਵਿੱਚੋਂ ਕਦੋਂ ਜਾਣਾ ਪੈ ਜਾਏ, ਇਸ ਕਰਕੇ ਆਪਣੇ ਅੰਦਰ ਦੀ ਖੋਜ ਕਰਨ ਦਾ ਯਤਨ ਕਰ ਬੰਦੇ। ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਕੋਈ ਵੀ ਪਰੇਸ਼ਾਨੀ ਨਹੀਂ ਰਹਿੰਦੀ। ਜਿਨ੍ਹਾਂ ਨੇ ਸਤਿਗੁਰੂ ਦੀ ਵਿਚਾਰਧਾਰਾ, ਸਤਿਗੁਰੂ ਦੇ ਬਚਨ ਜਿਉਂਦੇ ਜੀ ਕਮਾ ਲਏ, ਉਹ ਭਗਤ ਰਵਿਦਾਸ ਜੀ ਵਾਂਗ ਇਹ ਬਚਨ ਕਹਿੰਦੇ ਜਾਂਦੇ ਨੇ, ਜਿਉਂਦੇ ਜੀ ਹੁਣ ਡਰ ਹੀ ਕੋਈ ਨਹੀਂ ਰਹਿ ਗਿਆ। ਉਰਵਾਰ ਭਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਏ ਜਮ ਡੰਡ ਨਾ ਲਾਗੀ ਤਜੀ ਲਈ ਸਰਬ ਜੰਜਾਲ। ਮੈਂ ਸਾਰੇ ਜੰਜਾਲ ਜਿਹੜੇ ਨੇ ਉਹ ਜਿਉਂਦੇ ਜੀ ਖਤਮ ਕਰ ਦਿੱਤੇ। ਧਰਮ ਰਾਏ ਅਬ ਕਹਾ ਕਰੇ ਕੋ ਜੋ ਫਾਟਿਓ ਸਗਲੋ ਲੇਖਾ। ਜਦੋਂ ਮੈਂ ਲੇਖੇ ਜੋਖੇ ਹੀ ਸਾਰੇ ਖਤਮ ਕਰ ਲਏ, ਹੁਣ ਪਰੇਸ਼ਾਨੀ ਜਿਹੜੀ ਹੈ ਜੀਵਨ ਅੰਦਰ ਕੋਈ ਨਹੀਂ ਰਹਿ ਗਈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾਹੀ। ਇਹ ਸਾਰਾ ਸੰਸਾਰ ਜਿਹੜਾ ਮਾਨੋ ਇੱਕ ਮੈਜਿਕ ਸ਼ੋਅ ਹੈ, ਜਾਦੂ ਦੀ ਖੇਡ ਹੈ। ਸਦੀਵ ਕਾਲ ਲਈ ਟਿਕਿਆ ਰਹਿਣ ਵਾਲਾ ਨਹੀਂ। ਜਗਤ ਦੇ ਅੰਦਰ ਕੋਈ ਆ ਰਿਹਾ, ਕੋਈ ਜਾ ਰਿਹਾ ਹੈ। ਇੱਥੇ ਸਦੀਵ ਕਾਲ ਲਈ ਕਿਸੇ ਨਹੀਂ ਰਹਿਣਾ। ਆਏ ਹਾਂ ਆਖਰ ਵਾਪਸ ਚਲੇ ਜਾਣੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਬਾਜ਼ੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ। ਸਾਰਾ ਕੁਝ ਕੂੜ, ਇਹ ਤਮਾਸ਼ਾ। ਜਿਵੇਂ ਕੋਈ ਬਾਜ਼ੀਗਰ ਸਾਡੇ ਸਾਹਮਣੇ ਕੋਈ ਤਮਾਸ਼ਾ ਕਰੇ ਤੇ ਆਲੇ ਦੁਆਲੇ ਲੋਕ ਆ ਕੇ ਖੜੇ ਹੋ ਜਾਂਦੇ ਨੇ। ਉਹ ਤਮਾਸ਼ੇ ਵਿੱਚ ਫਿਰ ਕਈ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਹੈ। ਜਿੰਨੀ ਦੇਰ ਇਹ ਤਮਾਸ਼ਾ ਚੱਲਿਆ, ਉਹਦੇ ਕੋਲ ਲਿਆਂਦੀਆਂ ਸਾਰੀਆਂ ਚੀਜ਼ਾਂ ਸਾਨੂੰ ਸੱਚ ਲੱਗੀ ਜਾਂਦੀਆਂ ਨੇ। ਪਰ ਜਿਸ ਵਕਤ ਉਹ ਤਮਾਸ਼ਾ ਸੰਕੋਚਦਾ ਹੈ, ਆਖਰ ਉੱਥੇ ਕੁਝ ਵੀ ਨਹੀਂ ਰਹਿ ਜਾਂਦਾ। ਇਹ ਇਨਸਾਨ ਕਿਤੇ ਤੇਰੇ ਨਾਲ ਵੀ ਐਸਾ ਨਾ ਹੋਵੇ। ਇਸ ਕਰਕੇ ਜਿਉਂਦੇ ਜੀ ਜਿੱਥੇ ਨਹੀਂ ਪਾਉਂਦਾ। ਇਸ ਘਰ ਵਿੱਚੋਂ ਤਾਂ ਆਵਾਜ਼ ਆਉਂਦੀ ਹੈ ਖਰਖ ਅਨੰਤ। ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦਿਆ। ਇਹ ਉਹ ਘਰ ਹੈ ਜਿਸ ਘਰ ਦੇ ਅੰਦਰ ਖੁਸ਼ੀ ਅਤੇ ਗਮੀ ਜਿਹੜੀ ਹੈ ਉਹ ਇੱਕੋ ਜਿਹੀਆਂ ਹੀ ਮੰਨੀਆਂ ਗਈਆਂ ਹਨ।
ਚੜ੍ਹਦੀ ਕਲਾ ਦੇ ਅੰਦਰ ਸਦਾ ਰਹਿਣਾ ਹੈ। ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਬੰਧੀ ਪਾਵਨ ਬਾਣੀ ਵਿੱਚੋਂ ਇਤਿਹਾਸ ਵਿੱਚੋਂ ਕੁਝ ਸਾਂਝ ਪਾਈਏ। ਸਤਿਗੁਰੂ ਦੇ ਆਗਮਨ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈਰਾਨ ਦਾ ਬਾਦਸ਼ਾਹ, ਉਸ ਦਾ ਅੱਗੇ ਇੱਕ ਵਕੀਲ ਹੋਇਆ ਅਬਦੁਲ ਰਜ਼ਾਕ। ਅਬਦੁਲ ਰਜ਼ਾਕ ਜਿਹੜਾ ਆਪਣੇ ਸਫ਼ਰਨਾਮੇ ਅੰਦਰ ਕੁਝ ਗੱਲ ਸਾਂਝੀ ਕਰਦਾ ਹੈ। ਕਹਿੰਦਾ 8ਵੀਂ ਸਦੀ ਦਾ ਸਮਾਂ, ਜਿਸ ਵਕਤ ਮੈਂ ਇਸ ਭਾਰਤ ਦੀ ਧਰਤੀ ਤੇ ਆਇਆ ਤੇ ਮੈਂ ਕੀ ਦੇਖਦਾ, ਜਿਸ ਪਾਸੇ ਵੱਲ ਵੀ ਨਜ਼ਰ ਜਾਂਦੀ ਹੈ ਮੈਨੂੰ ਸਾਰੇ ਪਾਸੇ ਕੀਮਤੀ ਚੀਜ਼ਾਂ ਹੀ ਨਜ਼ਰ ਆਈਆਂ। ਜੇ ਮੈਂ ਕਿਸੇ ਗਲੀ ਬਾਜ਼ਾਰ ਦੇ ਵਿੱਚੋਂ ਨਿਕਲਿਆ ਤੇ ਬਾਜ਼ਾਰ ਜਿਹੜੇ ਹਨ ਉਹਨਾਂ ਦੀਆਂ ਦੁਕਾਨਾਂ ਤੇ ਹੀਰੇ ਮੋਤੀ ਸੋਨੇ ਚਾਂਦੀ ਦੇ ਢੇਰ ਲੱਗੇ ਹੋਏ ਨੇ, ਉਹ ਢੇਰ ਹੀ ਲਿਖਦਾ ਹੈ। ਫਿਰ ਕਹਿੰਦਾ ਜੇ ਮੈਂ ਕਿਸੇ ਘਰ ਅੰਦਰ ਪ੍ਰਵੇਸ਼ ਕਰਦਾ, ਉਸ ਘਰ ਦੇ ਅੰਦਰ ਜਿੰਨੇ ਵੀ ਬਰਤਨ ਹਨ ਸਾਰੇ ਸੋਨੇ ਚਾਂਦੀ ਦੇ ਬਰਤਨ ਨੇ। ਜੇ ਉਹਨਾਂ ਦੇ ਵਿਹੜੇ ਅੰਦਰ ਬੱਧੇ ਹੋਏ ਪਸ਼ੂ, ਘੋੜਿਆਂ ਉੱਪਰ ਜਾਂ ਹੋਰ ਪਸ਼ੂਆਂ ਉੱਪਰ ਮੇਰੀ ਨਜ਼ਰ ਗਈ ਤੇ ਉਹਨਾਂ ਦੇ ਗਲਾਂ ਅੰਦਰ ਪਾਏ ਹੋਏ ਜਿਹੜੇ ਸੰਗਲ, ਜਿਹੜੀਆਂ ਜੰਜੀਰਾਂ, ਉਹ ਵੀ ਸਾਰੀਆਂ ਸੋਨੇ ਚਾਂਦੀ ਦੀਆਂ ਮੈਨੂੰ ਨਜ਼ਰ ਆਈਆਂ। ਕਹਿੰਦਾ ਜੇ ਮੈਂ ਕਿਸੇ ਦੇ ਦਰਵਾਜ਼ੇ ਵੱਲ ਨਜ਼ਰ ਮਾਰਦਾ ਤੇ ਦਰਵਾਜ਼ੇ ਜਿਹੜੇ ਹਨ ਉਹ ਸਾਰੇ ਮੈਨੂੰ ਚੰਦਨ ਦੀ ਕੀਮਤੀ ਲੱਕੜ ਦੇ ਨਜ਼ਰ ਆਏ। ਜੇ ਮੈਂ ਕਿਸੇ ਧਾਰਮਿਕ ਅਸਥਾਨ ਦੇ ਕੋਲੋਂ ਦੀ ਗੁਜ਼ਰਦਾ ਜਾਂ ਕਿਸੇ ਘਰ ਦੇ ਕੋਲੋਂ ਦੀ ਨਿਕਲਦਾ ਤੇ ਉਸ ਘਰ ਦੇ ਜਿਹੜੇ ਬਾਹਰਲੇ ਕਲਸ ਹਨ, ਗੁੰਬਦ ਹਨ, ਮੈਨੂੰ ਤਾਂ ਉਹ ਵੀ ਸੋਨੇ ਅੰਦਰ ਮੜੇ ਹੋਏ ਨਜ਼ਰ ਆਏ। ਕਹਿਣ ਦਾ ਭਾਵ ਇਹ ਕਿ ਭਾਰਤ ਦੇਸ਼ ਜਿਹੜਾ ਸੀ, ਕਦੀ ਇਹ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਇੱਥੇ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਸੀ, ਪਰ ਇੱਥੇ ਵਾਰ-ਵਾਰ ਜਿਹੜੇ ਖਮਲਾਵਰ ਇਸ ਪਾਸੇ ਵੱਲ ਨੂੰ ਚੜ੍ਹਦੇ ਰਹੇ, ਉਹਨਾਂ ਖਮਲਾਵਰਾਂ ਨੇ ਇਸ ਭਾਰਤ ਨੂੰ ਰੱਜ ਕੇ ਲੁੱਟਿਆ। ਮੁਹੰਮਦ ਬਿਨ ਕਾਸਿਮ ਦਾ ਜ਼ਿਕਰ ਆਉਂਦਾ ਹੈ। ਉਹ ਸਨ 710-12 ਦੇ ਨੇੜੇ ਤੇੜੇ ਉਹ ਇਸ ਭਾਰਤ ਵੱਲ ਨੂੰ ਆਉਂਦਾ ਤੇ ਉਹ ਇਥੋਂ ਕੀਮਤੀ ਚੀਜ਼ਾਂ ਲੁੱਟਦਾ ਹੋਇਆ ਆਖਰ ਉਹ ਵਾਪਸ ਮੁੜ ਜਾਂਦਾ ਹੈ। ਉਸ ਤੋਂ ਬਾਅਦ ਮਹਿਮੂਦ ਗਜਨਵੀ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਜਿਹੜਾ ਭਾਰਤ ਵੱਲ ਨੂੰ 26 ਸਾਲ ਚੜਦਾ ਰਿਹਾ ਤੇ 17 ਹਮਲੇ ਇਸ ਭਾਰਤ ਦੇਸ਼ ਦੇ ਉੱਪਰ ਕਰਦਾ ਹੈ। ਸੋਮਨਾਥ ਦੇ ਮੰਦਰਾਂ ਤੱਕ ਪਹੁੰਚ ਕੇ ਉਸਨੇ ਐਸੀ ਲੁੱਟ ਮਚਾ ਦਿੱਤੀ, ਅੰਦਰ 1000 ਪੁਜਾਰੀ ਜਿਹੜਾ ਉਹ ਕੰਮ ਕਰ ਰਿਹਾ ਹੈ। ਕਿਸੇ ਅੰਦਰ ਜ਼ਰੂਰਤ ਨਹੀਂ ਕਿ ਚੜੇ ਹੋਏ ਮਹਿਮੂਦ ਗਜਨਵੀ ਦੇ ਉਹਨਾਂ ਸਿਪਾਹੀਆਂ ਦਾ ਮੁਕਾਬਲਾ ਹੋ ਸਕੇ। ਉਸ ਮੰਦਰ ਦੇ ਅੰਦਰ ਸ਼ਿਵ ਜੀ ਭਗਵਾਨ ਦੀ ਲੱਗੀ ਕੋਈ ਮੂਰਤੀ, ਜਿਹੜੀ ਸਾਰੀ ਹੀਰੇ ਮੋਤੀਆਂ ਦੇ ਨਾਲ ਜੜੀ ਸੀ, 5 ਗਜ ਦੀ ਉਹ ਉੱਚੀ ਮੂਰਤੀ, ਉਸ ਨੂੰ ਵੀ ਸਾਰੀ ਨੂੰ ਤੋੜ ਲਿਆ ਤੇ ਉਸ ਦੇ 4 ਟੁਕੜੇ ਇਸਨੇ ਕੀਤੇ ਸਨ। 2 ਇਸਨੇ ਗਜਨੀ ਦੇ ਬਾਜ਼ਾਰਾਂ ਵਿੱਚ ਭੇਜ ਦਿੱਤੇ ਤੇ 2 ਇਸਨੇ ਮੱਕੇ ਮਦੀਨੇ ਦੀ ਧਰਤੀ ਤੇ ਭੇਜ ਦਿੱਤੇ ਸਨ। ਫਿਰ ਉਸ ਮੰਦਰ ਦੇ ਅੰਦਰ ਇੱਕ ਟੱਲ ਲੱਗਾ ਹੋਇਆ ਹੈ ਤੇ ਟੱਲ ਜਿਹੜੀ ਚੈਨ ਦੇ ਨਾਲ, ਜਿਹੜੀ ਜੰਜੀਰ ਦੇ ਨਾਲ ਅੰਦਰ ਬੱਧਾ ਹੋਇਆ ਹੈ। ਇਤਿਹਾਸ ਕਹਿੰਦਾ ਹੈ ਕਿ 200 ਮਣ ਦੀ, ਇੱਕ ਮਣ ਜਿਹੜਾ ਉਹ 40 ਕਿਲੋ ਦਾ, 200 ਮਣ ਦੀ ਲੋਹੇ ਸੋਨੇ ਦੀ ਜੰਜੀਰ ਜਿਹੜੀ ਹੈ ਉਹ ਉਸ ਮੰਦਰ ਦੇ ਵਿੱਚ ਲਟਕ ਰਹੀ ਹੈ, ਉਹ ਵੀ ਉਤਾਰ ਲਈ। ਉਸ ਤੋਂ ਬਾਅਦ ਉਸ ਮੰਦਰ ਦੇ ਅੰਦਰ ਜਿਹੜੇ ਪਿੱਲਰ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ 56 ਪਿੱਲਰ ਸਨ, ਉਹ ਵੀ ਸਾਰੇ ਹੀਰੇ ਮੋਤੀਆਂ ਦੇ ਨਾਲ ਜੜੇ ਹੋਏ ਸਨ। ਉਹਨਾਂ ਸਾਰਿਆਂ ਤੋਂ ਵੀ ਹੀਰੇ ਮੋਤੀ ਉਤਾਰ ਲਏ। ਜਿਹੜੀ ਮੈਂ ਗੱਲ ਸਾਂਝੀ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਘਰ ਨੇ ਕਿੰਨੀ ਜ਼ੁਰਤ, ਕਿੰਨੀ ਦਲੇਰੀ ਭਰ ਦੇਣੀ ਹੈ ਕਿ ਉਹ ਲੋਕ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਖਮ ਡਰ ਜਾਏ,
दुश्मन से कैसे लड़ पाए। ਇਹ ਸਤਿਗੁਰੂ ਦਾ ਘਰ ਜਿਹੜਾ ਇੰਨੀ ਤਾਕਤ ਇਹਨਾਂ ਨੂੰ ਬਖਸ਼ਦਾ ਹੈ, ਉਹ ਸਹੀ ਸਲਾਮਤ ਮਹਿਮੂਦ ਗਜਨਵੀ ਇਸੇ ਤਰ੍ਹਾਂ 17 ਵਾਰ ਹਮਲੇ ਕਰਦਾ ਹੈ ਤੇ ਲੁੱਟਦਾ ਹੈ ਤੇ ਬਾਹਰ ਚਲਾ ਜਾਂਦਾ ਹੈ, ਕੋਈ ਵੀ ਉਸ ਦਾ ਰਸਤਾ ਰੋਕਣ ਵਾਲਾ ਨਹੀਂ। ਖੈਰ ਇਹ ਬਹੁਤ ਲੰਬਾ ਚੌੜਾ ਜ਼ਿਕਰ। ਉਸ ਤੋਂ ਬਾਅਦ ਕੁਤਬਦੀਨ ਵਰਗੇ ਆਏ, ਇੱਥੇ ਫਿਰ ਫਿਰੋਜ਼ ਸ਼ਾਹ ਵਰਗੇ ਆਏ, ਇੱਥੇ ਮੁਹੰਮਦ ਤੁਗਲਕ ਵਰਗੇ ਆਏ, ਇੱਥੇ ਸਿਕੰਦਰ ਵਰਗਾ ਆਇਆ ਲੋਧੀ। ਉਸ ਤੋਂ ਬਾਅਦ ਬਾਬਰ ਵਰਗੇ ਆਉਂਦੇ ਨੇ, 500 ਸਿਪਾਹੀ ਨਾਲ ਲੈਂਦੇ ਨੇ ਤੇ ਆ ਕੇ ਉਹ ਉਜਾੜਾ ਪਾ ਦਿੰਦੇ ਨੇ। ਤੇ ਭਾਰਤ ਦੇ ਲੋਕ ਕਹਿ ਦਿੰਦੇ ਨੇ ਕਿ ਸਾਡੇ ਕੋਲ ਖਾਸ ਕਰਕੇ ਜਿਹੜੇ ਬ੍ਰਾਹਮਣ ਨੇ, ਜੇ ਉਹਨਾਂ ਨੂੰ ਭਾਰਤੀ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਬਾਬਰ ਚੜ ਕੇ ਆ ਰਿਹਾ ਹੈ, ਉਹ ਬਹੁਤੀਆਂ ਫੌਜਾਂ ਤੇ ਵੱਡੀਆਂ ਕੋਈ ਲੈ ਕੇ ਨਹੀਂ ਆ ਰਿਹਾ, 500 ਸਿਪਾਹੀਆਂ ਦਾ ਜ਼ਿਕਰ ਆਉਂਦਾ ਹੈ ਤੇ ਇਹ 500 ਸਿਪਾਹੀਆਂ ਤੋਂ ਹੀ ਭਾਰਤੀ ਲੋਕ ਜਿਹੜੇ ਨੇ ਉਹ ਡਰੀ ਜਾਂਦੇ ਨੇ ਕਿ ਇਸ ਤਰ੍ਹਾਂ ਬਾਬਰ ਜਿਹੜਾ ਹੈ ਉਹ ਕਾਬਲ ਵੱਲੋਂ ਪਾਪ ਦੀ ਜੰਜ ਲੈ ਕੇ ਚੜ ਕੇ ਆ ਰਿਹਾ ਹੈ। ਤੇ ਬ੍ਰਾਹਮਣਾਂ ਕੋਲ ਪੁਕਾਰ ਕੀਤੀ, ਹੁਣ ਕੀ ਕਰੀਏ? ਤੇ ਬ੍ਰਾਹਮਣ ਕਹਿੰਦੇ ਸਨ ਅਸੀਂ ਮੰਤਰ ਪੜ੍ਹ ਦੇਣੇ ਨੇ, ਜਦੋਂ ਅਸੀਂ ਮੰਤਰ ਪੜਾਂਗੇ ਆਉਂਦੇ ਹੋਏ ਸਿਪਾਹੀ ਜਿਹੜੇ ਹਨ ਸਾਰੇ ਅੰਨੇ ਹੋ ਜਾਣੇ ਨੇ, ਉਹ ਭਾਰਤੀਆਂ ਦਾ ਕੁਝ ਨਹੀਂ ਵਿਗਾੜ ਸਕਦੇ। ਤੇ ਇਸੇ ਤਰ੍ਹਾਂ ਉਹ ਮੰਤਰ ਪੜ੍ਹਦੇ ਰਹੇ, ਪਰ ਹੋਇਆ ਕੁਝ ਵੀ ਨਾ। 500 ਸਿਪਾਹੀ ਆਉਂਦਾ ਹੈ ਤੇ ਇਹ ਤੋਂ ਸਭ ਕੁਝ ਲੁੱਟ ਕੇ ਵਾਪਸ ਚਲਾ ਜਾਂਦਾ ਹੈ, ਕਿਸੇ ਵਿੱਚ ਵੀ ਕੋਈ ਹਿੰਮਤ ਨਹੀਂ ਰਹਿੰਦੀ। ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਕੋਟੀ ਕੋ ਪੀਰ ਵਰਜ ਰਖਾਏ। ਕੋਟੀ ਦਾ ਅਰਥ ਹੈ ਕਰੋੜਾਂ, ਕਿਉਂਕਿ ਇੱਕ ਪਰਿਵਾਰ ਦੇ ਅੰਦਰ ਵੀ ਕਿਸੇ ਇੱਕ ਦੇਵਤੇ ਦੀ ਆਰਾਧਨਾ ਨਹੀਂ ਹੋ ਰਹੀ, ਕੋਈ ਕਿਸੇ ਨੂੰ ਪੂਜੀ ਜਾਂਦਾ ਹੈ, ਕੋਈ ਕਿਸੇ ਨੂੰ। ਇੱਕ ਪਰਿਵਾਰ ਦੇ ਵਿੱਚ ਵੱਖ-ਵੱਖ ਮੈਂਬਰ, ਵੱਖ-ਵੱਖ ਇਹਨਾਂ ਦੇ ਦੇਵਤੇ, ਕਿਸੇ ਨੇ ਪਾਣੀ ਨੂੰ ਦੇਵਤਾ ਕਿਹਾ, ਕਿਸੇ ਨੇ ਅੱਗ ਨੂੰ ਦੇਵਤਾ, ਕਿਸੇ ਨੇ ਸੂਰਜ ਨੂੰ ਦੇਵਤਾ, ਕਿਸੇ ਨੇ ਸੱਪਾਂ ਨੂੰ ਦੇਵਤਾ, ਧਰਤੀ ਨੂੰ ਦੇਵਤਾ। ਇਸੇ ਤਰ੍ਹਾਂ ਕਰਦਿਆਂ ਕਰਦਿਆਂ 33 ਕਰੋੜ ਤੱਕ ਗੱਲ ਚਲੀ ਗਈ, ਪਰ ਕੋਈ ਵੀ ਸਾਹਮਣਾ ਕਰਨ ਵਾਲਾ ਨਹੀਂ ਸੀ। ਕੋਟੀ ਹੋ ਪੀਰ ਵਰਜ ਰਖਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ ਅੰਦਾ, ਕਿਨੇ ਨਾ ਪਰਚਾ ਲਾਇਆ। ਇਹ ਕਹਿੰਦੇ ਸਨ ਚੜੇ ਕੋਈ ਸਿਪਾਹੀ ਅੰਨੇ ਹੋ ਜਾਣਗੇ, ਪਰ ਕੁਝ ਵੀ ਨਾ ਹੋਇਆ। ਤੇ ਆਉਂਦਿਆਂ ਸਾਰ ਐਮਨਾਬਾਦ ਵਾਲੇ ਪਾਸੇ ਤੋਂ ਚੜ ਕੇ ਉਸਨੇ ਉਜਾੜਾ ਪਾ ਦਿੱਤਾ, ਕਿਸੇ ਵਿੱਚ ਵੀ ਕੋਈ ਤਾਕਤ ਨਹੀਂ ਸੀ। ਆਖਰ ਇਸੇ ਤਰ੍ਹਾਂ ਜਿਹੜਾ ਵੀ ਆਇਆ ਉਹ ਲੁੱਟ ਕੇ ਵਾਪਸ ਮੁੜਦਾ ਰਿਹਾ। ਫਿਰ ਇਥੋਂ ਦੀ ਜਨਤਾ ਨੇ ਮਾਨੋ ਪੁਕਾਰ ਕੀਤੀ ਕਿ ਕੀ ਸਾਡੇ ਨਾਲ ਇਸੇ ਤਰ੍ਹਾਂ ਹੀ ਹੋਏਗਾ? ਸਾਡੀਆਂ ਇੱਜ਼ਤਾਂ, ਸਾਡੀਆਂ ਬਹੁ ਬੇਟੀਆਂ ਤੇ ਸਾਡਾ ਧਨ ਵੀ ਲੁੱਟ ਕੇ ਇਹ ਵਾਪਸ ਮੁੜੀ ਜਾਂਦੇ ਨੇ। ਹੇ ਅਕਾਲ ਪੁਰਖ, ਕੋਈ ਐਸੀ ਰਹਿਮਤ ਵਰਤਾ ਜਿਹੜੀ ਤਾਕਤ ਇਸ ਧਰਤੀ ਤੇ ਪੈਦਾ ਹੋਵੇ ਤੇ ਇਹਨਾਂ ਦਾ ਮੁਕਾਬਲਾ ਕਰ ਸਕੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹ ਪੁਕਾਰ ਸੁਣੀ ਜਾਂਦੀ ਏ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਏ ਪਠਾਇਆ। ਗੁਰੂ ਨਾਨਕ ਸਾਹਿਬ ਜਗਤ ਦੇ ਅੰਦਰ ਆਉਂਦੇ ਨੇ, ਉਹਨਾਂ ਦਾ ਹੀ 10ਵਾਂ ਜਾਮਾ, ਜਿਨ੍ਹਾਂ ਦੀ ਅੱਜ ਖਾਸ ਕਰ ਗੱਲ ਆਪਾਂ ਕਰ ਰਹੇ ਹਾਂ। ਪਰ ਇਹ ਜੋਤ ਤਾਂ ਇੱਕੋ ਹੀ ਹੈ। ਕਿਸੇ ਵਿਦਵਾਨ ਨੇ, ਖਾਸ ਕਰਕੇ ਇਸਲਾਮ ਦੇ ਜਿਹੜੇ ਵਿਦਵਾਨ, ਉਹ ਇਹ ਗੱਲ ਕਹਿੰਦੇ ਨੇ, ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, हिंद को एक मर्दे कामल ने जगाया ख्वाब से। जेड़े सुपने लेंदे फिरदे सन कि इस तरह करांगे इस तरह हो जाएगा, इस तरह करांगे इस तरह हो जाएगा, उन्हां दे कोल कोई शस्त्र नहीं, ताकत नहीं, वो मुकाबला कर सकन। खैर गुरु नानक साहिब दा घर फिर ऐसी रहमत वरताउंदा है। देखो गुरु नानक साहिब पहले जामे अंदर 20 शस्त्र फड़ सकते सन, पर बहुतात शायद साडे वर्गियां नूं समझना हुंदे ते शस्त्र फड़ के शायद असीं भी जालम बन जांदे। पहला 5 जामियां दे अंदर पावन बाणी दे के शस्त्र वरतन दी जात जिहड़ी गुरु नानक साहिब दे घर ने सिखाई कि किते जालम तू भी ना बन जाई, मैं तैनूं पहला भगती देनी है।
ਭਗਤੀ ਤੋਂ ਬਾਅਦ ਫਿਰ ਤੈਨੂੰ ਸ਼ਕਤੀ ਦਿਆਂਗਾ, ਕਿਉਂਕਿ ਜੇ ਤੇਰੇ ਕੋਲ ਇਹ ਭਗਤੀ ਪਿਓ ਦਾਦੇ ਦਾ ਮਕਾਨ ਖਜ਼ਾਨਾ ਹੋਇਆ ਤੇ ਫਿਰ ਤੈਨੂੰ ਸ਼ਸਤਰ ਵਰਤਨ ਦੀ ਜਾਂਚ ਵੀ ਆ ਜਾਏਗੀ। ਪਹਿਲੇ ਜਾਮੇ ਅੰਦਰ ਸਤਿਗੁਰੂ ਜੀ ਨੇ ਕਿਰਪਾਨ, ਸਤਿਗੁਰੂ ਜੀ ਨੇ ਇਸ ਤਰ੍ਹਾਂ ਦਾ ਸ਼ਸਤਰ ਨਹੀਂ ਚੁੱਕਿਆ, ਭਾਵੇਂ ਆਪਣੀ ਰੱਖਿਆ ਵਾਸਤੇ ਇਹ ਸਿਧਾਂਤ ਕਹਿੰਦਾ ਕਿ ਆਸਾ ਹੱਥ ਕਿਤਾਬ ਕਸ਼, ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਿੱਥੇ ਪਾਵਨ ਗੁਰਬਾਣੀ ਦੀ ਪੋਥੀ ਹੈ, ਉੱਥੇ ਸਤਿਗੁਰੂ ਜੀ ਨੇ ਆਪਣੇ ਕੋਲ ਡਾਂਗ ਸੋਟਾ ਇੱਕ ਜ਼ਰੂਰ ਰੱਖਿਆ ਹੋਇਆ ਹੈ, ਪਰ ਕਿਤੇ ਸ਼ਸਤਰ ਦਾ ਕਿਰਪਾਨ ਦਾ ਜ਼ਿਕਰ ਨਹੀਂ ਆਉਂਦਾ। ਫਿਰ ਪੰਜਵੇਂ ਜਾਮੇ ਤੱਕ ਇਹ ਪਿਆਰ ਦਾ ਸਬਕ ਇਸੇ ਤਰ੍ਹਾਂ ਪਾਵਨ ਗੁਰਬਾਣੀ ਦੇ ਵਿੱਚੋਂ ਪੜਾਇਆ। ਜਦੋਂ ਇਸ ਨੂੰ ਫਿਰ ਸ਼ਸਤਰ ਵਰਤਨ ਦੀ ਜਾਂਚ ਆਉਂਦੀ ਏ ਤੇ ਛੇਵਾਂ ਜਾਮਾ ਫਿਰ ਉਹਨਾਂ ਜ਼ਾਲਮਾਂ ਦੇ ਖਿਲਾਫ ਜਿਹੜੇ ਵਾਰ-ਵਾਰ ਚੜ ਕੇ ਇਹਨਾਂ ਭਾਰਤੀਆਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਫਿਰ 4 ਵਾਰੀ ਗੁਰੂ ਹਰਗੋਬਿੰਦ ਸਾਹਿਬ ਉਸ ਪਾਸੇ ਵੱਲ ਚੜ ਕੇ ਉਹਨਾਂ ਦਾ ਵਾਰੀ-ਵਾਰੀ ਮੁਕਾਬਲਾ ਕਰਦੇ ਨੇ ਤੇ ਫਤਿਹ ਜਿਹੜੀ ਹੈ ਸਤਿਗੁਰੂ ਦੇ ਘਰ ਦੀ ਹੋਈ, ਕਿਉਂਕਿ ਸਤਿਗੁਰੂ ਦਾ ਘਰ ਕੋਈ ਜ਼ਰ ਜ਼ੋਰੂ ਅਤੇ ਜ਼ਮੀਨ ਵਾਸਤੇ ਨਹੀਂ ਲੜ ਰਿਹਾ। ਇੱਥੇ ਜਿਹੜਾ ਭਾਰਤੀਆਂ ਦੇ ਨਾਲ ਧੱਕਾ ਹੋ ਰਿਹਾ ਸੀ, ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਤਿਗੁਰੂ ਜੀ ਆਪਣਾ ਪਰਿਵਾਰ ਵੀ ਅਖੀਰ ਤੇ ਦਾਅ ਤੇ ਲਾ ਦਿੰਦੇ ਨੇ ਕਿ ਕਿਸੇ ਤਰੀਕੇ ਇਹਨਾਂ ਭਾਰਤੀਆਂ ਨੂੰ ਰਹਿਣਾ ਆ ਜਾਏ, ਇਹਨਾਂ ਭਾਰਤੀਆਂ ਨੂੰ ਜੀਣਾ ਆ ਜਾਏ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ 9ਵੇਂ ਜਾਮੇ ਦਾ ਸਮਾਂ ਆਉਂਦਾ ਹੈ ਤੇ ਫਿਰ ਆ ਕੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁਕਾਰ ਕਰਦੇ ਨੇ ਕਿ ਸਮੇਂ ਦਾ ਬੇਤਰਸ ਜ਼ਾਲਮ ਬਾਦਸ਼ਾਹ ਔਰੰਗਜ਼ੇਬ, ਜਿਸ ਨੇ ਆਪਣਿਆਂ ਉੱਪਰ ਵੀ ਜ਼ੁਲਮ ਕਰਨ ਤੋਂ ਪਿੱਛਾ ਨਹੀਂ ਹਟਾਇਆ, ਉਹ ਆਪਣੇ ਪਰਿਵਾਰ ਉੱਪਰ ਹੀ ਜ਼ੁਲਮ ਕਰਦਾ ਹੈ। ਉਸਨੇ ਆਪਣੇ ਪਿਤਾ ਨੂੰ ਆਗਰੇ ਦੀ ਧਰਤੀ ਤੇ 8 ਸਾਲ ਕਿਲੇ ਅੰਦਰ ਕੈਦ ਕਰਕੇ ਬੰਦ ਕਰਕੇ ਮਾਰਿਆ। ਉਸਨੇ ਆਪਣੇ ਭਰਾਵਾਂ ਨੂੰ ਖਤਮ ਕੀਤਾ, ਉਸਨੇ ਆਪਣੇ ਬੱਚਿਆਂ ਦੇ ਉੱਪਰ ਕਹਿਰ ਢਾਇਆ। ਉਹ ਕਿਸੇ ਦਾ ਵੀ ਸਕਾ ਨਹੀਂ ਸੀ। ਇਹ ਨਾ ਕੱਲਾ ਕਹੀਏ ਕਿ ਹਿੰਦੂ ਧਰਮ ਦਾ ਉਹ ਵੈਰੀ, ਉਹ ਤੇ ਆਪਣਿਆਂ ਦਾ ਵੀ ਸਕਾ ਕੋਈ ਨਹੀਂ। करे हम क्या कहे, हदायत खुदा करे। इस नूं असीं की समझा सकते हैं, इस नूं खुदा ही समत बख्शे। ते अखीर ते खैर जदों जफरनामा इस दे कोल पहुंचदा है ते ये पछताउंदा भी है कि बहुत वड्डा जुल्म हो गया। फिर अखीर ते इसने क्या भी सी कि मेरी कबर उथे बनायो जिथे कोई भी पेड़ पौधा ना होवे, कि मेरी इस कबर नूं छाया भी नसीब नहीं होनी चाहिए, क्योंकि मैं अपने ऊपर भी जुल्म कमा गया, मैं भारतीयों ऊपर जुल्म कमाया, मैं गुरु गोबिंद सिंह पातशाह दे परिवार दे ऊपर इन्ना जुल्म कमाया। खैर 9वें पातशाह दा जिक्र करन लगा सा, इन्हां ने आके फिर पुकार कीती कि गुरु तेग बहादुर साहब तेरे तो बिना साडी बांह फड़न वाला कोई नहीं, साडी पुकार सुन। ते शायद गुरु तेग बहादुर साहब कहंदे होण कि मैं ते आया ही पुकारा सुनने वास्ते हां। पहले जामे अंदर भी ऐसे करके आउणा पै गया, क्योंकि भारतीयों ने पुकार कीती ते हुण आए फिर वो लोग यही गल्लां कर रहे ने। दुखी विपर जो चल के आए पुरी आनंद, बांह साडी पकड़िए घर गोबिंद के चंद, गज के बंधन काटन खारे, तुम गुरु नानक हो अवतारे, जिम द्रौपदी राखी लाज, दियो सुदा सवार सुदामे काज। जिवें द्रौपदी दी रख लई, सुदामा जी दी रख लई, असीं भी तेरे कोल आके पुकार करदे हां, साडी भी इज्जत पत रख लो। ते फिर सतगुरु जी ने इस घर दे विचों भरोसा दिता सी कि जाओ बच्चेओ घरी जावो, सिर दे के पत बचांगा मैं, हिंदू धर्म दे बुझरे दीवे अंदर तेल अपने लहू दा पांगा मैं, पाया देश दीयां जड़ां अंदर लहू अपना, भारत वर्ष दा बाग तां फड़ रिहा है, हिंदू मंदिरां दे दीवियां विच हुण भी लहू ते
ਇਹ ਰਹਿਮਤਾਂ ਇਸੇ ਘਰ ਦੇ ਕਾਰਨ ਹੈ। ਖੈਰ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਗੁਰੂ ਗੋਬਿੰਦ ਅੰਦਰ ਖਿਆਲ ਆਉਂਦਾ ਹੈ ਮਣਾ ਕਵੀ ਕਹਿਣ ਨਾਲ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਫਤ ਜਿਹੜੀ ਹੈ ਉਹ ਪੂਰੀ ਨਹੀਂ ਹੋਣੀ, ਕਿਉਂਕਿ ਉਹ ਤੇ ਸੂਰਮੇ ਵੀ ਹਨ। ਜਦੋਂ ਕਿਤੇ ਮੈਦਾਨੇ ਜੰਗ ਵੱਲ ਉਹ ਚੜ੍ਹਦੇ ਨੇ ਤੇ ਜਿਹੜਾ ਵੀ ਜ਼ਾਲਮ ਸਾਹਮਣੇ ਆਉਂਦਾ ਹੈ ਉਸ ਦੇ ਆਹੂ ਲਾ ਦਿੰਦੇ ਨੇ। ਤੇ ਜੇ ਕੋਈ ਜ਼ਾਲਮ ਵੀ ਅੰਦਰ ਅੰਦਰ ਅਰਦਾਸ ਕਰਦਾ ਹੈ ਕਿ ਹੇ ਮੇਰੇ ਮਾਲਕ ਮੈਨੂੰ ਬਖਸ਼ ਲੈ, ਤੇ ਉਹ ਸੈਦ ਖਾਨ ਵਰਗਾ ਨਸੀਰਾਂ ਦਾ ਭਰਾ ਪੀਰ ਬੁੱਧੂ ਸ਼ਾਹ ਦਾ ਸਾਲਾ ਜੇ ਉਹ ਪੁਕਾਰ ਕਰਦਾ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਨੂੰ ਨਦਰੀ ਨਦਰ ਨਿਖਾਲ ਕਰ ਦੇ, ਤੇ ਇਹ ਮੈਦਾਨੇ ਜੰਗ ਦੇ ਅੰਦਰ ਵੀ ਉਸ ਉੱਪਰ ਵਾਰ ਨਹੀਂ ਕਰਦੇ। ਮੈਂ ਕਿਸ ਦੀ ਗੱਲ ਲਿਖਾਂ, ਸੂਰਮੇ ਦੀ ਗੱਲ ਲਿਖਣ ਲੱਗਦਾ। ਫਿਰ ਮਨ ਅੰਦਰ ਖਿਆਲ ਆਉਂਦਾ ਹੈ ਮਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਤਾਂ ਚੇਲੇ ਵੀ ਹਨ, ਉਹ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦੀ ਪੌਲ ਦੇਣ ਤੋਂ ਬਾਅਦ ਫਿਰ ਖਾਲਸੇ ਦੇ ਅੱਗੇ ਹੱਥ ਅੱਡ ਕੇ ਕਹਿੰਦੇ ਨੇ ਕਿ ਤੁਹਾਡੇ ਦਰ ਦਾ ਮੈਂ ਭਿਖਾਰੀ ਹਾਂ, ਮੈਨੂੰ ਵੀ ਖੰਡੇ ਬਾਟੇ ਦੀ ਪੌਲ ਦਿੱਤੀ ਜਾਏ। ਇਹ ਉਹ ਇਸਲਾਮ ਦੇ ਵਿੱਚੋਂ ਜਿਹੜਾ ਮੁਹੰਮਦ ਲਤੀਫ ਉਹ ਗੱਲਾਂ ਇਹ ਸਾਂਝੀਆਂ ਕਰਦਾ ਹੈ। ਤੇ ਜੇ ਕਿਤੇ ਵਿਸਥਾਰ ਨਹੀਂ ਮੈਂ ਬਹੁਤਾ ਕਰ ਰਿਹਾ ਕਿਉਂਕਿ ਸਮਾਂ ਨਹੀਂ, ਜੇ ਲਾਲਾ ਦੌਲਤ ਰਾਏ ਨੂੰ ਕਿਤੇ ਪੜ੍ਹਦੇ ਹਾਂ ਉਹ ਕੱਟੜ ਆਰਿਆ ਸਮਾਜੀ ਹੈ, ਤੇ ਉਹ ਵੀ ਇਹ ਗੱਲ ਕਹਿੰਦਾ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜਾ ਕੰਮ ਕ੍ਰਿਸ਼ਨ ਜੀ ਨਹੀਂ ਕਰ ਸਕੇ ਤੁਸੀਂ ਉਹ ਕੰਮ ਕਰ ਗਏ, ਜਿਹੜਾ ਕੰਮ ਰਾਮਚੰਦਰ ਜੀ ਨਹੀਂ ਕਰ ਸਕੇ ਤੁਸੀਂ ਉਹ ਕੰਮ ਕਰ ਗਏ। ਇੱਥੇ ਜਿਹੜਾ ਕੰਮ ਸ਼ੰਕਰਾਚਾਰਿਆ ਵਰਗੇ ਨਹੀਂ ਕਰ ਸਕੇ, ਜਿਹੜਾ ਕੰਮ ਮਹਾਵੀਰ ਜੈਨ ਵਰਗੇ ਨਹੀਂ ਕਰ ਸਕੇ ਤੁਸੀਂ ਉਹ ਕੰਮ ਕਰ ਗਏ, ਤੁਸੀਂ ਉਹ ਕੰਮ ਕਰ ਗਏ ਜਿਹੜਾ ਕਿਸੇ ਤੋਂ ਨਹੀਂ ਸੀ ਹੋਣਾ। ਇੱਥੇ ਸੂਰਜਵੰਸ਼ੀ ਇੱਥੇ ਚੰਦਰਵੰਸ਼ੀ ਰਾਜੇ ਜਿਹੜੇ ਸਨ ਉਹ ਵੀ ਬੜੇ ਦਾਅਵੇ ਕਰ ਗਏ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਮੁਕਾਬਲੇ ਤੇ ਮੈਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ। ਤੇ ਜੇ ਬੁੱਲੇ ਸ਼ਾਹ ਨੂੰ ਪੜ੍ਹਦੇ ਆ ਤੇ ਬੁੱਲੇ ਸ਼ਾਹ ਕਹਿਣ ਲੱਗੇ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सबकी। ते जे किते हकीम जोगी अल्लाह यार खान दे बोल पढ़ते हैं ते ओ गल ही मुका देंदे ने, कहन लगे करतार की सौगंध है सिफत गुरु गोबिंद सिंह पातशाह जी दी। ये दूजे धर्मां दे मजहबां दे कवि जेड़े हन ओ सिफत सलाह कर रहे ने, करतार की सौगंध है नानक की कसम है जितनी भी हो तारीफ गोबिंद की वो कम है, हर चंद मेरे हाथ में पुरजोर कलम है, सतगुरु के लिखूं वस्ब का ताबे रकम है, एक आंख से क्या बुलबुला कुल बैर को देखे साहिल को मंझधार को या लहर को देखे। कि गुरु गोबिंद सिंह पातशाह तो समुंदर दी न्याई है न कि मैं बुलबुला देखा जा मैं इसकी गहराई देखा जा मैं आला दुआला देखा, किस पासे वल्लों सिफत करा। गुरु गोबिंद सिंह पातशाह जी सच पुछो तो तुहाडी सिफत कोई नहीं कर सकता, ते जिन्नी कुछ समझ इस मनुखता नूं है सी इना ओदे नाल भी कोई बहुता इंसाफ नहीं किया। जे किते जगत नूं अज भी समझ आ जाए
ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਵਡਿਆਈਆਂ ਇਹ ਮਨੁੱਖਤਾ ਗਾਉਣ ਲੱਗ ਜਾਏ। ਇਨਸਾਫ ਕਰੇ ਜੀ में जमाना तो जकीक है, कह दे गुरु गोबिंद का सानी ही नहीं है। हे गुरु गोबिंद सिंह पातशाह तेरे बारे की किया जाए। ਉਹ ਪਟਨਾ ਦੀ ਧਰਤੀ ਤੇ ਉਹਨਾਂ ਦਾ ਆਗਮਨ ਹੁੰਦਾ ਹੈ। ਕੁਝ ਬਚਪਨ ਦਾ ਸਮਾਂ ਉੱਥੇ ਬਤੀਤ ਕਰਦੇ ਨੇ ਤੇ ਜੇ ਉੱਥੇ ਖਾਕਮਾਂ ਦੀਆਂ ਸਵਾਰੀਆਂ ਨਿਕਲਦੀਆਂ ਨੇ ਤੇ ਉੱਥੇ ਵੀ ਉਹ ਚੜ੍ਹਦੀ ਕਲਾ ਅੰਦਰ ਪਾਵਨ ਬਾਣੀ ਦਾ ਸਹਾਰਾ ਉਹਨਾਂ ਇੱਕ ਦਿਨ ਨਹੀਂ ਛੱਡਿਆ, ਕਿਉਂਕਿ ਸਾਨੂੰ ਵੀ ਪਿਓ ਦਾਦੇ ਦੇ ਇਸ ਮਹਾਨ ਖਜ਼ਾਨੇ ਦੇ ਲੜ ਲਾਇਆ ਹੈ ਕਿ ਜੇ ਇਸ ਤਰ੍ਹਾਂ ਦੀ ਸੂਰਬੀਰਤਾ, ਜੇ ਇਸ ਤਰ੍ਹਾਂ ਦੀ ਤਾਕਤ ਚਾਹੁੰਦੇ ਹੋ, ਜੇ ਭਾਰਤੀਓ ਖਾਸ ਕਰਕੇ ਨਿਰਭਉ ਹੋਣਾ ਚਾਹੁੰਦੇ ਹੋ, ਜੇ ਕਰਮ ਕਾਂਡਾਂ ਤੋਂ ਉੱਪਰ ਉੱਠਣਾ ਚਾਹੁੰਦੇ ਹੋ ਤੇ ਫਿਰ ਗੁਰੂ ਕੀ ਪਾਵਨ ਬਾਣੀ ਨੂੰ ਅੰਦਰ ਥਾਂ ਦੇ ਦਿਓ। ਤੁਸੀਂ ਬਚਨ ਪੜ ਲਓ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਮਖਾਨ। ਉਹ ਗਿਆਨੀ ਹੈ, ਉਹ ਸੂਝਵਾਨ ਹੈ, ਉਹ ਰੱਬ ਦਾ ਪਿਆਰਾ ਹੈ, ਜਿਹੜਾ ਕਿਤੇ ਵੀ ਬੈਠਾ ਹੋਇਆ ਰੱਬ ਦੇ ਨਾਲ ਸਦੀਵ ਕਾਲ ਲਈ ਸਾਂਝ ਬਣਾ ਲੈਂਦਾ ਹੈ। ਇਹ ਨਹੀਂ ਕਿ ਉਹ ਵੱਖਰਾ ਡੇਰਾ ਬਣਾਏ, ਚਿੱਟੇ ਵਸਤਰ ਉਸਦੇ ਤੇ ਦਸਤਾਰ ਗੋਲ ਬੰਨੀ ਹੋਏ, ਮਾਲਾ 2-4 ਹੱਥ ਦੇ ਅੰਦਰ ਹੋਣ ਤੇ ਅਸੀਂ ਕਹਿ ਦਈਏ ਬਸ ਇਹੀ ਸੰਤ ਹੈ, ਕਿਉਂਕਿ ਇਸ ਨੇ ਵੱਖਰਾ ਅਸਥਾਨ ਕਾਇਮ ਕਰ ਲਿਆ। ਸਤਿਗੁਰੂ ਦੀ ਵਿਚਾਰਧਾਰਾ ਕਹਿੰਦੀ ਜਿਨ੍ਹਾਂ ਨੂੰ ਸਮਝ ਪੈ ਜਾਏ ਉਹ ਵੱਖਰੇ ਅਸਥਾਨ ਕਾਇਮ ਨਹੀਂ ਕਰਦੇ। ਕਬੀਰ ਨਾ ਮੋਏ ਸ਼ਾਨ ਨਾ ਛਾਪਰੀ, ਨਾ ਮੋਏ ਘਰ ਨਹੀਂ ਗਾਓ, ਮੈਂ ਵੱਖਰਾ ਕੁਝ ਵੀ ਕਾਇਮ ਨਹੀਂ ਕਰਨਾ, ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਕਰਨਾਮਾ। ਜਿਸ ਨੇ ਅੰਦਰ ਇਸ ਵਿਚਾਰ ਨੂੰ ਥਾਂ ਦੇ ਲਈ ਉਹ ਤਾਂ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ ਉਹ ਤੇ ਜਿਉਂਦੇ ਜੀ ਇੱਕ ਮਿਕ ਹੋ ਜਾਂਦਾ ਹੈ। ਉਸ ਪਟਨਾ ਸਾਹਿਬ ਦੀ ਧਰਤੀ ਦੇ ਜਦੋਂ ਆਰੰਭਕ ਕੌਤਕਾਂ ਦਾ ਜ਼ਿਕਰ ਆਉਂਦਾ ਹੈ ਕਿ ਜੇ ਉਥੇ ਖਾਕਮਾਂ ਦੀਆਂ ਸਵਾਰੀਆਂ ਨਿਕਲਦੀਆਂ ਨੇ ਤੇ ਸਤਿਗੁਰੂ ਜੀ ਬਾਲ ਆਰਜਾ ਦੇ ਅੰਦਰ ਨਾਲ ਲਏ ਕੋਈ ਸਾਥੀਆਂ ਨੂੰ ਮਿਲ ਕੇ ਤੇ ਉਹਨਾਂ ਬਾਜ਼ਾਰਾਂ ਅੰਦਰ ਖੜ ਕੇ ਉਹਨਾਂ ਨਵਾਬਾਂ ਨੂੰ ਚੜਾ ਜਾਂਦੇ ਨੇ। ਤੇ ਕਿਸੇ ਨੇ ਪੱਤਰ ਲਿਖ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਦਾ ਬੱਚਾ ਜਾਂਦੇ ਹੋਏ ਨਵਾਬਾਂ ਦੀ ਸਵਾਰੀ ਨਾਲ ਇਸ ਤਰ੍ਹਾਂ ਕਰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਰੇ ਬੋਲ ਪੜ ਲੈਂਦੇ ਨੇ। ਉਸ ਤੋਂ ਬਾਅਦ ਫਿਰ ਇੱਕ ਪੱਤਰ ਲਿਖਦੇ ਨੇ ਤੇ ਉਸ ਪੱਤਰ ਦੇ ਅੰਦਰ ਜ਼ਿਕਰ ਹੁੰਦਾ ਹੈ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਉਸਨੇ ਚੰਗਾ ਕੀਤਾ ਹੈ, ਕਿਉਂਕਿ ਇਹ ਜ਼ਾਲਮ ਜਿਹੜੇ ਹਨ ਦਿਨੋਂ ਦਿਨ ਇਸ ਪਾਸੇ ਵੱਲ ਇਸੇ ਤਰ੍ਹਾਂ ਚੜ੍ਹਦੇ ਆਉਂਦੇ ਸਨ ਤੇ ਇਹਨਾਂ ਨੂੰ ਦਬਾਉਣਾ ਬਹੁਤ ਜ਼ਰੂਰੀ ਹੈ। ਮੈਂ ਜ਼ਿਕਰ ਕਰ ਰਿਹਾ ਕਿ ਇਹ ਸਤਿਗੁਰੂ ਦੇ ਘਰ ਦੀ ਵਡਿਆਈ, ਉਹਨਾਂ ਨੇ 10 ਜਾਮਿਆਂ ਅੰਦਰ ਇਹ ਐਸੀ ਰਹਿਮਤ ਵਰਤਾਈ। ਪਹਿਲੇ ਜਾਮੇ ਅੰਦਰ ਵੀ ਸਭ ਕੁਝ ਸਤਿਗੁਰੂ ਕਰ ਸਕਦੇ ਸਨ। ਇੰਨੀ ਵੱਡੀ ਆਰਜਾ 239 ਸਾਲ ਦਾ ਇਹ ਸਾਡਾ ਇਤਿਹਾਸ ਜੋ ਸਾਹਿਬ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ। ਪਹਿਲੇ ਜਾਮੇ ਅੰਦਰ ਵੀ ਸ਼ਾਇਦ ਆਰਜਾ ਵਧਾ ਕੇ ਸਾਰੇ ਕੌਤਕ ਕਰ ਜਾਂਦੇ ਤੇ ਫਿਰ ਅਸੀਂ ਕਹਿਣਾ ਸੀ ਕਿ ਇਹ ਸਤਿਗੁਰੂ ਕੋਲ ਤਾਕਤ ਹੈ, ਉਹ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਪਰ ਸਤਿਗੁਰੂ ਜੀ ਨੇ ਮਨੁੱਖ ਦੇ ਤਲ ਤੇ ਖੜਾ ਹੋ ਕੇ ਮਨੁੱਖ ਨੂੰ ਵੀ ਉਸੇ ਤਰ੍ਹਾਂ ਦੀ ਤਾਕਤ ਦਿੱਤੀ ਕਿ ਜੇ ਕੋਈ ਚੜਦਾ ਹੈ, ਹਾਂ ਪਹਿਲਾਂ ਕਿਸੇ ਨਾਲ ਕੋਈ ਧੱਕਾ ਜੋਰੀ ਨਹੀਂ ਕਰਨੀ। ਸਤਿਗੁਰੂ ਦਾ ਘਰ ਬੜੇ ਪਿਆਰ ਦੇ ਅੰਦਰ ਆਵਾਜ਼ਾਂ ਮਾਰਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਧਾ, ਇਹ ਕਿਸੇ ਨਾਲ ਕੋਈ ਧੱਕਾ ਜੋਰੀ ਨਹੀਂ ਕਰਦਾ, ਕਿਉਂਕਿ ਸਮਝ ਪੈ ਜਾਂਦੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਘਰ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਪਰ ਕਹਿੰਦੇ ਜੇ ਸਮਝਾਉਣ ਦੇ ਬਾਵਜੂਦ ਵੀ ਕੋਈ ਨਹੀਂ ਸਮਝਦਾ ਤੇ ਫਿਰ ਤਲਵਾਰ ਦੇ ਮੁੱਠੇ ਉੱਪਰ ਹੱਥ ਚਲਾ ਜਾਣਾ ਜਾਇਜ਼ ਹੈ। ਜ਼ਫਰਨਾਮਾ ਕਹਿੰਦਾ ਕਿ ਚੂੰਕਾਰ ਅੱਜ ਖਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤਰ ਬੁਰਦਨ ਬਾ ਸ਼ਮਸ਼ੀਰੇ ਦਸਤ,
ਪਹਿਲਾਂ ਨਹੀਂ, ਪਰ ਜੇ ਕੋਈ ਨਹੀਂ ਸੁਧਰਦਾ ਤੇ ਫਿਰ ਇੱਕ ਕੰਮ ਕਰਨੇ ਪੈਂਦੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜੇ ਸਤਿਗੁਰੂ ਆ ਜਾਂਦੇ ਨੇ, ਇਹ ਤੇ ਵੀ ਬੜਾ ਕੁਝ ਸਮਝਾਇਆ। ਜਦੋਂ ਉਹ ਲੋਕ ਨਹੀਂ ਸਮਝਦੇ, ਫਿਰ ਸਤਿਗੁਰੂ ਜੀ ਨੂੰ ਸਿੰਘਾਂ ਦੇ ਨਾਲ ਮਿਲ ਕੇ ਤੇ ਉਹਨਾਂ ਨੂੰ ਵੀ ਕਿੰਨੀ ਵਡਿਆਈ ਦੇ ਦਿੱਤੀ। ਕਹਿਣ ਲੱਗੇ, ਇਨਹੀ ਕੀ ਕਿਰਪਾ ਕੇ ਸਜੇ ਗਮ ਗਏ, ਨਹੀਂ ਮੋਸੋ ਗਰੀਬ ਕਰੋੜ ਪਰੇ। ਸਮੇਂ ਦਾ ਬਾਦਸ਼ਾਹ ਕਹਿੰਦਾ ਸੀ, ਤੁਸੀਂ ਘੋੜਿਆਂ ਉੱਪਰ ਸਵਾਰ ਨਹੀਂ ਹੋ ਸਕਦੇ, ਤੁਸੀਂ ਸ਼ਸਤਰ ਨਹੀਂ ਰੱਖ ਸਕਦੇ, ਤੁਸੀਂ ਦਸਤਾਰ ਨਹੀਂ ਸਜਾ ਸਕਦੇ, ਤੁਸੀਂ ਕਲਗੀ ਨਹੀਂ ਲਗਾ ਸਕਦੇ। ਸਤਿਗੁਰੂ ਦਾ ਘਰ ਕਹਿਣ ਲੱਗਾ, ਸਭ ਕੁਝ ਹੋਵੇਗਾ ਜੇ ਪਿਆਰ ਨਾਲ ਆ ਕੇ ਕੋਈ ਗੱਲ ਕਹਿੰਦਾ ਤੇ ਤੇਰੀ ਵਿਚਾਰ ਨਾਲ ਸਹਿਮਤ ਹੋ ਜਾਂਦੇ, ਪਰ ਜੇ ਤੂੰ ਧੱਕੇ ਨਾਲ ਆ ਕੇ ਦਬਾਉਣਾ ਚਾਹੇਗਾ, ਫਿਰ ਸਤਿਗੁਰੂ ਦਾ ਘਰ ਇਸ ਤਰ੍ਹਾਂ ਨਹੀਂ ਦਬਦਾ। ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜੰਗਾਂ ਦੇ ਅੰਦਰ ਫਤਿਹ ਪਾਈ। ਤੇ ਇਹਨਾਂ ਅੰਦਰ ਜੇ ਬਹੁਤਾਤ ਜੰਗਾਂ ਦਾ ਜ਼ਿਕਰ ਕਰੀਏ ਤੇ ਪਹਾੜੀ ਰਾਜੇ ਹੀ ਚੜ੍ਹਦੇ ਰਹੇ, ਉਹੀ ਅਕਿਰਤਕਣ ਬਣ ਗਏ, ਜਿਨ੍ਹਾਂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦੇ ਅੰਦਰ ਆਪਾਂ ਕੁਰਬਾਨ ਕੀਤਾ। ਮੈਂ ਕਈ ਵਾਰ ਬੋਲ ਸਾਂਝੇ ਕਰਨਾ, ਅੱਜ ਆਪਾਂ ਕਹਿ ਦਿੰਨੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਉਹਨਾਂ ਲੋਕਾਂ ਨੂੰ ਮਨਾਉਣਾ ਚਾਹੀਦਾ ਸੀ, ਉਹ ਭੁੱਲ ਗਏ। ਨਹੀਂ, ਉਹ ਅੱਜ ਨਹੀਂ ਭੁੱਲੇ, ਉਹ ਤਾਂ 12-13 ਸਾਲਾਂ ਬਾਅਦ ਹੀ ਭੁੱਲ ਗਏ ਸਨ। ਸਨ 1675 ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਤੇ ਸਨ 1687 ਦਾ ਸਮਾਂ ਜਦੋਂ ਭੰਗਾਣੀ ਦਾ ਪਹਿਲਾ ਯੁੱਧ ਹੋ ਰਿਹਾ ਹੈ, 12-13 ਸਾਲਾਂ ਦਾ ਸਮਾਂ ਬਣਦਾ ਹੈ। ਇਹ ਤੇ ਇੰਨੇ ਕੁ ਸਮੇਂ ਦੇ ਅੰਦਰ ਭੁੱਲ ਕੇ ਸਤਿਗੁਰੂ ਦੇ ਕੀਤੇ ਕੋਈ ਸਾਰੇ ਪਰ ਉਪਕਾਰ, ਇੱਕ ਤਾਂ ਧਰਮ ਦੀ ਰਾਖੀ ਸਤਿਗੁਰੂ ਕੀਤੀ, ਦੂਜਾ ਉਹਨਾਂ ਪਹਾੜੀਆਂ ਦੇ ਵੱਡੇ ਵਡੇਰੇ। ਇਸ ਤੋਂ ਪਹਿਲਾਂ ਗਵਾਲੀਅਰ ਦੇ ਕਿਲੇ ਅੰਦਰ 6ਵੇਂ ਜਾਮੇ ਨੇ ਸਾਰੇ ਬਾਹਰ ਕਢਵਾਏ, ਜਿਨ੍ਹਾਂ ਦੇ ਵਿੱਚ ਦੀਪ ਚੰਦ ਤਾਰਾ ਚੰਦ ਦਾ ਜ਼ਿਕਰ ਆਉਂਦਾ ਹੈ। ਤਾਰਾ ਚੰਦ ਬਾਹਰ ਸਤਿਗੁਰੂ ਦੇ ਪਰ ਉਪਕਾਰ ਸਦਕਾ ਆਇਆ, ਉਸ ਦਾ ਅੱਗੇ ਪੁੱਤਰ ਹੋਇਆ ਦੀਪ ਚੰਦ, ਤੇ ਦੀਪ ਚੰਦ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮੁੱਲ ਖਰੀਦਿਆ ਸੀ। ਖੈਰ, ਇਹਨਾਂ ਲੋਕਾਂ ਨੇ ਧੱਕਾ ਚੋਰੀ ਕੀਤੀ ਤੇ ਸਤਿਗੁਰੂ ਜੀ ਨੂੰ ਜਦੋਂ ਧਰਮ ਦੇ ਚਿੰਨ੍ਹਾਂ ਦਾ ਵਾਸਤਾ ਪਾਇਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣਾ ਪੈ ਗਿਆ। ਪਰ ਸਤਿਗੁਰੂ ਨੇ ਮੁੱਲ ਖਰੀਦੀ ਹੋਈ ਸੀ। ਉਸ ਦੀਪ ਚੰਦ ਤੋਂ ਅੱਗੇ ਆਉਂਦਾ ਫਿਰ ਭੀਮ ਚੰਦ, ਭੀਮ ਚੰਦ ਤੋਂ ਅੱਗੇ ਆਉਂਦਾ ਅਜਮੇਰ ਚੰਦ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਛੱਡਦੇ ਨੇ, ਉਦੋਂ ਅਜਮੇਰ ਚੰਦ ਵਰਗਾ ਇਹ ਪਖਾੜੀ ਸਾਰਿਆਂ ਨੂੰ ਲੈ ਕੇ ਉਸ ਧਰਤੀ ਤੇ ਇਸ ਨੇ ਹੀ ਫਤੂਰ ਪਾਇਆ ਤੇ 8 ਮਹੀਨਿਆਂ ਦਾ ਜਿਹੜਾ ਘੇਰਾ ਸੀ ਇਹ ਸਾਰਾ ਪਿਆ। ਮੈਂ ਜ਼ਿਕਰ ਕਰ ਰਿਹਾ ਸਾਂ, ਇਹ ਪਰ ਉਪਕਾਰ ਉਦੋਂ ਹੀ ਭੁੱਲ ਗਏ, ਅੱਜ ਦੀ ਕੋਈ ਗੱਲ ਨਹੀਂ। ਖੈਰ, ਸਤਿਗੁਰੂ ਜੀ ਨੇ ਉਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ। जोगी अल्लाह यार खान कहने लगे, बदबख्तों ने जो वादा किया था बिसर गए, ना मर्द कौल करके जुबान से मुकर गए। गोबिंद सिंह के शेर भी फौरन बिफर गए, तलवारें सूद सूद के रण में उतर गए। मैं दांग को एक आंख में चौरंग कर दिया, रुस्तम भी आया सामने तो दंग कर दिया। इस पासे वल फिर जेड़ा चढ़िया है सतगुरु जी ने ਉਹਨਾਂ ਦੇ ਫਿਰ ਕਿਰਪਾਨਾਂ ਦੇ ਨਾਲ ਸਿੰਘਾਂ ਦੇ ਨਾਲ ਮਿਲ ਕੇ ਆਹੂ ਲਾ ਦਿੱਤੇ। ਮੈਂ ਗੱਲ ਦੀ ਵਿਚਾਰ ਦੀ ਆਰੰਭਤਾ ਕੀਤੀ ਸੀ ਕਿ ਇਹ ਭਾਰਤੀਆਂ ਨੂੰ ਵਾਰ-ਵਾਰ ਦਬਾਇਆ ਜਾ ਰਿਹਾ ਸੀ, ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਕੋਈ ਮੁਕਾਬਲਾ ਕਰ ਸਕੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਨੇ ਕਿੰਨੀ ਇਹਨਾਂ ਵਿੱਚ ਜੁਰਤ ਭਰ ਦਿੱਤੀ ਤੇ ਅੱਜ ਇਹਨਾਂ ਦੇ ਰਾਜ ਭਾਗ ਹਨ ਤੇ ਅੱਜ ਰਾਜ ਭਾਗ ਲੈ ਕੇ ਅੱਜ ਇਸੇ ਘਰ ਨੂੰ ਉਹ ਬਹੁਤਾਤ ਭੁੱਲ ਗਏ ਤੇ ਅਕਿਰਤ ਕਣ ਬਣ ਗਏ। ਸਤਿਗੁਰੂ ਦਾ ਘਰ ਤੇ ਕਹਿੰਦਾ ਮੈਂ ਤੇ ਬੱਚੇ, ਮੈਂ ਤੇ ਸਰਬੰਸ, ਮੈਂ ਤੇ ਬਹੁਤਾਤ ਸਿੱਖਾਂ ਦੀ ਕੁਰਬਾਨੀ ਕਰ ਦਿੱਤੀ। ਹਮ ਜਾਨ ਦੇ ਕੇ ਔरों की जानें बचा चले, सिक्खी की नींव खम के सरों पे उठा चले। गुरियाई का है किस्सा जखां में बना चले, सिंहों की सल्तनत का है पौधा लगा चले।
गद्दी से ताजो तख्त बस अब कौम पाएगी, दुनिया में जालिमों का निशान तक मिटाएगी। इस कौम दे अंदर वो जुरत भर दिती कि जे किते मजलूमा उत्ते किते जुल्म होएगा ते इस घर अंदर अज भी कोई पुकार करदा है ते ये सिख जेड़े हन फिर उस दी अगवाई विच तुर पैंदे ने। भावें ओ किसानी मोर्चे दी गल होवे, भावें किते होर किसे उपर विपता पए ते इह सतगुरु दा घर उसे वक्त उन्हां दी हेल्प वास्ते तुर पैंदा है। इस सतगुरु दे घर दीयां वडियाइयां धन गुरु गोबिंद सिंह पातशाह इन्नियां मखान ए रहमतां वरता गए, जे उन्हां दे इतिहास दी लड़ी किते छेड़ बैठिए ते इन्ने क समय अंदर ओ इतिहास पूरा होने वाला नहीं। ये तां कुछ क बचन जेड़े कन मानो सतगुरु दे इतिहास उपर पंछी झात जिहड़ी है वो कितों कितों पाई कि अज भी अपनियां बावां अंदर ओ दलेरी लियाओ, ओ हिम्मत लियाओ। कई बार आपां कह दिंदे आ फलानी एजेंसी सानू दबा गई, फलाना साडे उपर धक्काजोरी कर रहा है, जुल्म हो रहा है। जे असीं किते सावधान हो जावांगे, आप जागदे होवांगे, सानू कोई नहीं लुट सकदा, कोई नहीं ठग सकदा। साहब ने पावन बाणी अंदर भी किया, दुनिया हुशियार बेदार जागत मुसीयत हौरे पाई, निगम हुशियार पैरुआ देखत जाम ले जाई। जे इन्ना मकान पहरेदार सतगुरु हुंदियां सानू कोई कर्म कांडी लुट के ले जाए, कोई अपने पीछे ला के ले जाए ते फिर पहरेदार दा गुरु दा कोई दोष नहीं। कबीर साचा सतगुरु क्या करे, जो सिखा में चूक अंधे एक ना लागी, जो बांस बजाइए फूक। सतगुरु ने तेनू सब कुछ पढ़ा दिता, तेनू प्रैक्टिकल 239 साल करके सारा कुछ सरबंस वार के तेनू समझा दिता कि तू जाग जा। जे जागदा रहेगा ते तू सदा सुचेत होके जिउंदे जी रब दे घर अंदर भाई साहिब भाई डल्ला सिंह वांग जिउंदे जी थां प्राप्त कर जाएगा। सतगुरु बख्शिश रहमत करना, सतगुरु जी नूं जिउंदे जी आपां समर्पित करिए। मरण तो बाद इस घर दे अंदर कोई जिक्र नहीं कि हुण चरना अंदर थां दे दिओ। जिउंदे जी अरदास करिए, एक अरदास भाट कीरत की, गुरु रामदास राखो शरणाई। सानू जिउंदे जी अपने चरना अंदर थां दे दिओ ताकि साडे जान तो बाद तरले ना लेने पैण। अजे तां असीं बहुताद अपने जन्म दिन आप ही मना रहे हैं ते अपने जन्म दिन मना के आप ही मुड़ जाना है। सोभा ते तां कि साडे जान तो बाद भी साडी याद कोई इस जगत दे अंदर कायम होवे, वो तां ही होएगी जे कोई समाज अंदर चंगा काम कर जावांगे, धार्मिक तौर ते कोई चंगा काम कर जावांगे। फिर अपने जन्मदिन आप मनाउण दी लोड़ नहीं। फिर एक कौमां जिहड़ियां ने वो याद करिया करदियां ने। पिछले दिनी आपां इन्हां साहिबजादियां नूं चेते कीता, वो मखान घालना घाल गए तां ही उन्हां नूं याद कीता जांदा है। ते जे जगत दे अंदर आपां भी सुचज्जे ढंग दे नाल विचरांगे ते जगत फिर साहिब कहण लगे सच्चे मार्ग चलदियां उस्तत करे जहान। फिर इत्थे भी उत्थे भी शोभा होवेगी। सतगुरु बख्शिश रहमत करना। कोटान कोट धन्नवाद सतगुरु गुरु ग्रंथ साहिब महाराज जी दा, जिन्हां ने अपनी गोद दे अंदर बिठा के ये विचारां सांझ करन दा मौका जिहड़ा है वो बख्शिश कीता। कोटान कोट धन्नवाद सरबत संगत दा, धन्नवाद सारे गुरु के इस घर दे प्रबंधक अति सत्कारयोग वीर जी सरदार इंदर सिंह जी, सरदार गुरमीत सिंह जी, सरदार जोगिंदर सिंह जी, सारियां दा बहुत बहुत धन्नवाद। सब नूं सतगुरु जी दे आगमन पुरब दीआं फिर लख लख वधाइयां भुल्लां बख्श लैणियां जी। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। बहुत बहुत धन्यवाद है ज्ञानी जगदेव सिंह जी का, जिन्होंने गुरमत विचार संतां दे नाल सांझ की है। दास ने जब भी भाई साहब के चरणों च बेनती की है, भाई साहब ने उस वेले ही हामी भरी है कि असं जरूर पहुंचाएंगे। सो बहुत बहुत धन्यवाद है।